ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਜੀ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। शुक्रिया जी, सारे सत श्री अकाल जी। की हाल चाल ठीक ठाक हो? हाँ, ਰਾਜੇਵਾਲ ਸਾਹਿਬ CM ਸਾਹਿਬ ਨਾਲ ਡਾਢੇ ਨਾਰਾਜ਼ ਨੇ, ਉਹਦੇ ਦਾਅਵਿਆਂ ਦੀ ਫੂਕ ਕੱਢ ਰਹੇ ਨੇ। ਤੁਹਾਡਾ ਨਜ਼ਰੀਆ ਤੇ ਕੀ ਹੈ, ਕੀ ਕਹਿਣਾ ਚਾਹੋਗੇ? हाँ जी, हाँ जी। हंसराज ने क्या तो सीधा ना साडे नाल सोने नाराजगी ते नहीं, तेरा मेरा प्यार किते खाड़ दी ते नहीं। बिल्कुल बिल्कुल बिल्कुल। असल दे विच एक कागजी प्यार ते नाराजगी दी गल है। गल इउं है कि साडे जिहड़े CM साहब ने ਉਹ ਕਹਿੰਦਾ ਕਿ ਭਾਈ ਮੈਂ ਆਲਵੇਜ਼ ਮਤਲਬ ਕਿ ਫੋਨ ਤੇ ਹਾਜ਼ਰ ਰਹਿਣਾ, ਤੁਸੀਂ ਅੱਧੀ ਰਾਤ ਨੂੰ ਵੀ ਕਾਲ ਕਰ ਲਓ, ਮੈਂ ਉਹ ਫੋਨ ਚੱਕ ਲੈਣਾ ਹੈ। ਤਾਂ ਹੁਣ ਜਿਹੜੇ ਹੈਗੇ ਨੇ ਵੈਟਰਨ ਕਿਸਾਨ ਆਗੂ ਰਾਜੇਵਾਲ, ਉਹ ਕਹਿੰਦੇ ਮੈਂ ਤੇ ਪਿਛਲੇ 3 ਦਿਨ ਤੋਂ ਕਰਨ ਡਿਆ ਯਾਰ, ਇਹ ਫੋਨ ਨਹੀਂ ਚੁੱਕਦਾ ਪਿਆ। ਮੈਂ ਤੇ ਪਿਛਲੇ 3 ਦਿਨ ਤੋਂ ਟਰਾਈ ਕਰਦਾ ਪਿਆ ਵਾਂ, ਇਹ ਫੋਨ ਨਹੀਂ ਚੁੱਕਦਾ। ਕਿਉਂਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਇਸ ਟਾਈਮ ਕਿਸਾਨਾਂ ਦੀਆਂ 2-3 ਤਰ੍ਹਾਂ ਦੀਆਂ ਸਮੱਸਿਆਵਾਂ ਨੇ। ਇੱਕ ਤੇ ਇਹ ਆ ਕਿ ਖਾਦ ਨਹੀਂ ਮਿਲ ਰਹੀ, DAP ਖਾਦ ਦੀ ਬੜੀ ਕਿੱਲਤ ਆ, ਤੇ ਉਹਦੀ ਜ਼ਿੰਮੇਵਾਰੀ ਹੁਣ ਦੇਖੋ ਹੈ ਤਾਂ ਚਲੋ ਸੈਂਟਰ ਦੀ ਵੀ ਹੈ, ਪਰ ਆਪਣੀ ਜਿਹੜੀ ਇੱਥੋਂ ਦੀ ਸਰਕਾਰ ਹੁੰਦੀ ਹੈ ਉਹਦੀ ਵੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਇਹਨਾਂ ਦੀ ਬੜੀ ਨਾਲ ਦੀ ਹੱਥ ਰਹੀ ਹੈ। ਚਲੋ ਇੱਕ ਵੱਖਰਾ ਵਿਸ਼ਾ ਆ। ਤਾਂ ਦੂਸਰੀ ਸਮੱਸਿਆ ਜਿਹੜੀ ਇੱਥੇ ਆ ਉਹ ਇਹ ਆ ਕਿ ਇਹਨਾਂ ਨੇ ਅੱਜ ਤੋਂ ਮੰਡੀਆਂ ਬੰਦ ਕਰ ਦਿੱਤੀਆਂ ਨੇ, ਝੋਨੇ ਦੀ ਖਰੀਦ ਬੰਦ ਕਰ ਦਿੱਤੀ ਆ, ਜਦ ਕਿ ਕਿਸਾਨਾਂ ਦਾ ਆਖਣਾ ਆ, ਉਹ ਕਹਿੰਦੇ ਆ ਕਿ ਹਾਲੇ ਸਾਡੀ ਫਸਲ ਜਿਹੜੀ ਆ ਉਹ ਵਿਕਣੀ ਬਕਾਇਆ ਹੈ। ਇਹ ਦੂਜੀ ਸਮੱਸਿਆ ਹੈ। ਸੋ ਇਸ ਕਰਕੇ ਉਹਨਾਂ ਨੇ ਫੋਨ ਟਰਾਈ ਕੀਤਾ, ਕਹਿੰਦੇ ਆ ਕਿ ਇਹ ਤੇ ਦਾਅਵਾ ਕਰਦੇ ਕਿ ਆਮ ਪਬਲਿਕ ਦਾ ਅੱਧੀ ਰਾਤ ਨੂੰ ਵੀ ਫੋਨ ਚੁੱਕਦਾ ਆ, ਪਰ ਹੁਣ ਸਾਡਾ ਇਹ ਫੋਨ ਨਹੀਂ ਚੁੱਕਦੇ ਪਏ। ਖੈਰ ਪਤਾ ਨਹੀਂ ਕੀ ਗੱਲ ਹੋਏਗੀ। ਵੈਸੇ ਤੇ ਇੱਕ ਕਹਾਣੀ ਕੁਛ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਨਾ ਕਿਸੇ ਨੂੰ ਕਿਹਾ ਕਿ ਆ ਜਾ ਯਾਰ ਤੂੰ ਨਾ ਪਿੰਡ ਦੇ ਫੰਕਸ਼ਨ ਤੇ ਥੋੜੀ ਸਪੀਚ ਦੇ ਦੇ, ਮੌਲਾ ਨਸਰੁਦੀਨ ਵਰਗਾ ਕੋਈ ਚਲਾਕ ਆਦਮੀ ਹੋਏਗਾ, ਤਾਂ ਉਹ ਕਹਿੰਦੇ ਕਿ ਯਾਰ ਸਪੀਚ ਦੇ ਜਾ ਕੇ। ਤੇ ਉਹਨੇ ਕਿਹਾ ਠੀਕ ਹੈ ਕੋਈ ਗੱਲ, ਸਪੀਚ ਦੇਵਾਂਗੇ, ਜ਼ਰੂਰ ਆਵਾਂਗੇ ਅਸੀਂ ਕੱਲ ਨੂੰ। ਉਹ ਉੱਥੇ ਗਿਆ ਤੇ ਉਹ ਜਿਹੜਾ ਕਰਾਊਡ ਅੱਗੇ ਬੈਠਾ ਸੀਗਾ ਉਹਨੂੰ ਪੁੱਛਦਾ ਕਿ ਹਾਂ ਤੁਹਾਨੂੰ ਪਤਾ ਕਿ ਮੈਂ ਕੀ ਬੋਲਣ ਜਾ ਰਿਹਾ? ਉਹਨਾਂ ਕਿਹਾ ਨਾ ਸਾਨੂੰ ਤਾਂ ਪਤਾ ਨਹੀਂ। ਉਹਨਾਂ ਤੁਹਾਡੇ ਨੂੰ ਤੁਹਾਡਾ ਜੇ ਤੁਹਾਨੂੰ ਪਤਾ ਹੀ ਨਹੀਂ ਮੈਂ ਕੀ ਬੋਲਣਾ, ਮੈਂ ਚੱਲਿਆ, ਦਫਾ ਕਰੋ। ਫਿਰ ਉਹ ਛੱਡ ਕੇ ਚਲੇਗਾ। ਫਿਰ ਮਨਾਮ ਹੋ ਕੇ ਲਿਆਏ ਉਹਨੂੰ ਅਗਲੇ ਦਿਨ ਕਿ ਆ ਜਾ ਭਾਈ, ਚੱਲ ਕੋਈ ਗੱਲ ਨਹੀਂ ਹੈ, ਗਲਤੀ ਹੋ ਗਈ। ਤੇ ਫਿਰ ਉਹ ਕਹਿੰਦਾ ਤੁਹਾਨੂੰ ਪਤਾ ਮੈਂ ਬੋਲਣ ਕੀ ਜਾ ਰਿਹਾ, ਦੱਸਣ ਕੀ ਜਾ ਰਿਹਾ? ਉਹਨਾਂ ਨੇ ਹਾਂ ਤੁਹਾਡੇ ਨੂੰ ਤੁਹਾਡਾ ਜੇ ਤੁਹਾਨੂੰ ਇਹ ਪਤਾ ਆ ਕਿ ਮੈਂ ਬੋਲਣਾ ਕੀ ਆ, ਤੁਹਾਨੂੰ ਪਤਾ ਹੀ ਹੈ, ਫਿਰ ਮੇਰਾ ਬੋਲਣ ਦਾ ਫਾਇਦਾ ਕੀ ਆ? ਉਹ ਫਿਰ ਰੋਸ ਕੇ ਨਿਕਲ ਜਾਤਾ, ਮੈਂ ਨਹੀਂ ਸਪੀਚ ਬੁਝ ਲੈਂਦਾ। ਅਗਲੇ ਦਿਨ ਉਹਨੂੰ ਫੇਰ ਮਨਾ ਕੇ ਲਿਆਂਦਾ। ਬਈ ਤੀਜੇ ਦਿਨ ਚਲਾ ਗਿਆ ਪ੍ਰੋਗਰਾਮ, ਇਹਨੂੰ ਲਵੇੜੀਏ ਆਪਾਂ, ਅੱਗ ਲਾ ਜਿਹੜੀ ਕੋਈ 2 ਮਿੰਟ ਦੀ ਸਪੀਚ ਦੇਣੀ ਹੈ, ਦੇ ਕੇ ਪਰੇ ਕਰ, ਜਿਵੇਂ ਕਹੇਗਾ ਕਰ ਲਾਂਗੇ। ਅੱਛਾ ਆਡੀਅנס ਫੇਰ ਬੈਠ ਗਈ। ਉਹ ਫੇਰ ਪੁੱਛਣ ਤੁਹਾਨੂੰ ਪਤਾ ਕਿ ਮੈਂ ਕੀ ਬੋਲਣਾ? ਉਹਨਾਂ ਨੇ ਰਾਏ ਬਣਾਈ ਸੀ ਪਿੰਡ ਵਾਲਾ ਰਾਏ ਕਰ ਲਈ ਕਿ ਅੱਧੇ ਕਹਿ ਦਿਓ ਹਾਂ, ਅੱਧੇ ਕਹਿ ਦਿਓ ਨਾ, 50% ਕਹਿ ਦਿਓ ਯੈਸ, 50% ਕਹਿ ਦਿਓ ਆਪੇ ਅੜ ਜੂਗਾ, ਦਊਗਾ ਭਾਸ਼ਣ। ਉਹ ਅੱਧੇ ਕਹਿੰਦੇ ਹਾਂ, ਅੱਧੇ ਕਹਿੰਦੇ ਨਾ। ਉਹ ਕਹਿੰਦਾ ਫਿਰ ਜਿਹੜੇ ਹਾਂ ਵਾਲੇ ਆ ਨਾ ਉਹ ਦੂਜਿਆਂ ਨੂੰ ਦੱਸਦੇ ਮੈਂ ਕੀ ਬੋਲਣਾ, ਦਫਾ ਕਰੋ। ਬਸ ਇੱਥੇ ਹਾਲਤ ਜਿਹੜੀ ਹੈ ਨਾ ਸਪੀਚ ਉਹਨੇ ਫਿਰ ਨਹੀਂ ਦਿੱਤੀ। ਕਹਿੰਦਾ ਜਿਹਨਾਂ ਨੂੰ ਪਤਾ ਹੈ, ਜਿਹਨਾਂ ਨੂੰ ਨਹੀਂ ਪਤਾ ਉਹ ਦੱਸ ਦੇਣ ਕਿ ਮੈਂ ਕੀ ਬੋਲਣਾ। ਹਾਲਤ ਸਾਡੀ ਕਿੱਥੇ ਇਹੋ ਜਿਹੀ ਆ ਕਿ ਮਤਲਬ ਕਿ ਸਾਰਾ ਕੁਛ ਹੈ ਜਿਹੜਾ ਉਹ ਪਤਾ ਵਾ ਕਿਆ ਸਮੱਸਿਆਵਾਂ ਨੇ, ਇਹ ਵੀ ਦਾਅਵਾ ਕਰ ਦੇਣਾ ਕਿ ਅਸੀਂ ਹਾਜ਼ਰ ਹਾਂ, ਪਰ ਉਹਨਾਂ ਬਾਰੇ ਅਸਲ ਦੇ ਵਿੱਚ ਕਿੰਨੀ ਕੁ ਚਿੰਤਾ ਹੈ ਇਹਨਾਂ ਨੂੰ, ਕਿੰਨਾ ਕੁ ਜ਼ਮੀਨੀ ਪੱਧਰ ਤੇ ਕੰਮ ਕਰਦੇ ਆ, ਉਹ ਸਭ ਕੁਛ 50-50 ਆ ਜੀ, 50-50 ਆ। ਸੋ ਲਿਆ ਗੱਲ ਇਹ ਆ ਕਿ ਇਸ ਤੋਂ ਇਲਾਵਾ ਇੱਧਰ ਵੀ ਰਾਜੇਵਾਲ ਸਾਹਿਬ ਹੋਰਾਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਜਿੱਥੇ ਕਿਸਾਨਾਂ ਦੇ ਦਰਮਿਆਨ ਔਰ ਪੋਲੀਟੀਕਲ ਸਮਰਥਕਾਂ ਦੇ ਦਰਮਿਆਨ ਇੱਕ ਕਲੈਸ਼ ਸ਼ੁਰੂ ਹੋ ਗਿਆ, ਜਿਹਦੀ ਮੈਂ ਪਹਿਲਾਂ ਹੀ ਦੁਹਾਈ ਦਿੰਦਾ ਸਾਂ ਮਹੀਨਿਆਂ ਪਹਿਲਾਂ। ਤਾਂ ਉਧਰ ਵੀ ਸੋਚਣ ਦੀ ਜ਼ਰੂਰਤ ਹੈ। ਬਹੁਤ ਜ਼ਿਆਦਾ
सोशल मीडिया ते देखो अकालियां दे समर्थक किसानां दे समर्थक किस तरह गालां कढ रहे हैं, एक दूजे नूं वंगार रहे हैं। ਤਾਂ ਇਹ ਕਹਾਣੀ ਵੀ ਜਿਹੜੀ ਆ ਤੀਸਰੇ ਪੱਖ ਤੋਂ ਸਮਝਣ ਵਾਲੀ ਆ ਕਿ ਇੱਥੇ ਅਸੀਂ ਆਪਸ ਦੇ ਵਿੱਚ ਥੋੜੀ ਨਾ ਲੜਨਾ ਮਰਨਾ, ਲੜਾਈ ਤਾਂ ਕਿਸੇ ਹੋਰ ਨਾਲ ਆ। ਸੋ ਇਹ ਇੱਧਰ ਰਾਜੇਵਾਲ ਸਾਹਿਬ ਹੋਰਾਂ ਨੂੰ ਵੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਚਰਨਜੀਤ ਸਿੰਘ ਹੋਰਾਂ ਨੂੰ ਬਕਾਇਦਾ ਫੋਨ ਲਾਉਣਾ ਚਾਹੀਦਾ। ਉਦੋਂ ਤੇ ਫੋਨ ਲਾ ਕੇ ਕਹੀ ਜਾਂਦੇ ਸੀ ਹਾਂਜੀ ਜਿੱਦਾਂ ਤੁਸੀਂ ਕਹੋਗੇ ਵੀ ਉਦਾਂ ਹੀ ਹੋਏਗਾ, ਹੋੜਾ ਕਨੂੜਾ ਵੀ ਇੱਧਰ ਉੱਧਰ ਨਹੀਂ ਕਰਾਂਗੇ। ਉਦੋਂ ਤਾਂ ਰਾਜੇਵਾਲ ਦਾ ਨੰਬਰ ਸੀ ਤੁਹਾਡੇ ਕੋਲ। ਅੱਜ ਜੋ ਸਮੱਸਿਆਵਾਂ ਦੱਸਣ ਜਾ ਰਹੇ ਤੁਹਾਨੂੰ ਦੀਆਂ ਸਮੱਸਿਆਵਾਂ ਸੁਣੋ, ਆਪ ਫੋਨ ਲਾ ਲਓ, ਤੁਹਾਨੂੰ ਕਿਹੜਾ ਕਾਲ ਮੁੱਲ ਦੀ ਪੈਣੀ ਆ, ਸਾਰਾ ਟੈਕਸ ਪੇਅਰ ਦਾ ਹੀ ਆ ਜੀ। CGMR 1320 ਮੀਟਰ ਬੈਂਡ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਗਰ ਤੁਹਾਡਾ ਕੋਈ ਕੁਐਸਚਨ ਹੈ 9058131320 905-813-1320 ਤੇ ਤੁਸੀਂ ਕਾਲ ਕਰ ਸਕਦੇ ਹੋ। ਇਹ ਸੀ ਚੰਨੀ ਵਰਸਸ ਰਾਜੇਵਾਲ ਸਾਹਿਬ। ਚੰਨੀ ਸਾਹਿਬ ਕਹਿੰਦੇ ਨੇ ਅਸੀਂ ਇੱਕ ਫੋਨ ਕਾਲ ਦੀ ਦੂਰੀ ਤੇ ਹਾਂ, ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਬੈਠੇ ਹੋਏ ਨੇ ਕਿਸਾਨ ਮੋਰਚਾ ਵਾਲੇ ਦਿੱਲੀ ਦੀਆਂ ਬਰੂਹਾਂ ਮੱਲ ਕੇ, ਤੇ ਸਰਕਾਰ ਕਹਿੰਦੀ ਕਿ ਅਸੀਂ ਇੱਕ ਫੋਨ ਕਾਲ ਦੀ ਦੂਰੀ ਤੇ, ਪਰ ਪਤਾ ਨਹੀਂ ਕਿਹੜਾ ਫੋਨ ਆ, ਨੰਬਰ ਕਿਹੜਾ। ਇਸੇ ਤਰ੍ਹਾਂ ਚੰਨੀ ਸਾਹਿਬ ਦਾ ਕਿਹੜਾ ਨੰਬਰ ਆ, ਜਾਂਦੇ ਜਾਂਦੇ ਜਿਹਨੂੰ ਮਰਜ਼ੀ ਕਦੇ ਫੁੱਟਬਾਲ ਖੇਡਣ ਲੱਗ ਪੈਂਦੇ, ਕਦੇ ਹਾਕੀ ਖੇਡਣ ਲੱਗ ਪੈਂਦੇ, ਤੇ ਕਦੇ ਵਿਆਹ 'ਚ ਵੜ ਕੇ ਪਕੌੜੇ ਖਾ ਆਉਂਦੇ, ਪਰ ਇਹਨਾਂ ਨੂੰ ਕਿਉਂ ਨਹੀਂ ਮਿਲਦੇ? ਦੈਟਸ ਅ ਡਿਫਰੈਂਟ ਸਟੋਰੀ। ਅੱਜ ਹੰਗਾਮੇਦਾਰ ਸਪੈਸ਼ਲ ਇਜਲਾਸ ਹੋ ਰਿਹਾ, ਕੀ ਕਹਿਣਾ ਚਾਹੋਗੇ ਪੰਜਾਬ ਦੇ? ਹਾਂਜੀ ਹਾਂਜੀ ਹੋਏਗਾ। ਇਹ ਤਾਂ ਹੁਣ ਦੇਖੋ ਹੰਗਾਮਾ ਕਿੰਨਾ ਕੁ ਹੁੰਦਾ, ਹੰਗਾਮਾ ਬਰਪਾ ਰਹੇ, ਹੰਗਾਮਾ ਬਰਪਾ ਕਿੰਨਾ ਕੁ ਹੰਗਾਮਾ ਬਰਪਦਾ ਵਾ, ਉਹ ਤੇ ਬਾਅਦ ਦਾ ਮੈਟਰ ਆ। ਇਸ ਟਾਈਮ ਦੇਖੋ ਕਿ ਪੂਰੀ ਤਿਆਰੀ ਆ ਤੇ ਲੱਗਦਾ ਉਹ ਆ ਦੇਖੋ ਸਰਕਾਰ ਜਿਹੜੀ ਆ ਨਾ ਉਹ ਆਪਣਾ ਕੰਮ ਕਰ ਜਿਹੜਾ ਪੈਂਡਿੰਗ ਆ, ਮਤਲਬ ਕਿ ਵੱਡੇ ਵੱਡੇ ਮੁੱਦੇ ਆ ਜਿਹੜੇ ਉਹਨਾਂ ਨੂੰ ਨਵੇੜ ਰਹੀ ਆ। ਜਿੰਨੀ ਕੁ ਮੈਂ ਮਤਲਬ ਕਿ ਕਹਾਣੀ ਸਮਝ ਪਾ ਰਿਹਾ ਵਾਂ, ਕਿਉਂਕਿ ਇਹਦੇ 'ਚ ਕੁਐਸਚਨ ਆਵਰ ਨਹੀਂ ਹੈ। ਇਹ ਜਿਹੜੇ ਲੋਕ ਸੰਸਦੀ ਕਾਰਵਾਈ ਤੋਂ ਵਾਕਫ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਜਦੋਂ ਜ਼ੀਰੋ ਕਾਲ ਜਾਂ ਕੁਐਸਚਨ ਆਵਰ ਨਹੀਂ ਹੁੰਦਾ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਆਪੋ ਆਪਣੇ ਜਿਹੜੇ ਮੁੱਦੇ ਹੁੰਦੇ ਆ, ਇਲਾਕਿਆਂ ਦੀਆਂ ਜਿਹੜੀਆਂ ਇਲਾਕਾਈ ਸਮੱਸਿਆਵਾਂ ਹੁੰਦੀਆਂ ਉਹ ਤੁਸੀਂ ਨਹੀਂ ਰੱਖ ਸਕਦੇ। ਮਤਲਬ ਕਿ ਜੋ ਕਾਰਵਾਈ ਦਾ ਏਜੰਡਾ ਹੈ, ਮਤਲਬ ਕਿ ਜੋ ਬਿਜ਼ਨਸ ਆ ਉਹਨੂੰ ਮਤਾ ਲਿਆ ਕਿ ਜਿਹਦੀ ਪ੍ਰਵਾਨਗੀ ਮਿਲ ਗਈ ਤਾਂ ਉਹੀ ਬਿਜ਼ਨਸ ਜਿਹੜਾ ਡਿਸਕਸ ਕੀਤਾ ਜਾਏਗਾ। ਇਹ ਮਤਲਬ ਹੁੰਦਾ ਮਾਇਨਾ ਹੁੰਦਾ ਹੈ। ਸੋ ਸਮਝ ਗਏ ਨਾ ਮੇਰੀ ਗੱਲ ਕਿ ਜਿੱਦਾਂ ਕਹਿ ਲਓ ਕੋਈ ਮੁਖਤਲਿਫ ਆਪਾਂ ਮੁੱਦੇ ਦੇਖਦੇ ਹਾਂ ਕਿ ਮੇਰੇ ਇਲਾਕੇ ਦੇ ਵਿੱਚ ਵੀ ਫਲਾਣੇ ਕਾਲਜ ਦਾ ਆਹ ਹਾਲ ਆ, ਦੋ ਜਵਾਬ ਹੋ ਗਿਆ ਨਾ, ਉਹ ਕੁਐਸਚਨ ਲੱਗਾ ਤੁਹਾਡਾ, ਤਾਂ ਉਹ ਨਾ ਜ਼ੀਰੋ ਆ ਰਿਹਾ ਤੇ ਨਾ ਹੀ ਕੁਐਸਚਨ ਆ ਰਿਹਾ। ਇਹਦਾ ਮਤਲਬ ਇਹ ਆ ਕਿ ਇਹ ਸਵਾਲ, ਇਹ ਮੁੱਦੇ ਜਿਹੜੇ ਆ ਉਹ ਉੱਥੇ ਮਨਫੀ ਰਹਿਣਗੇ। ਤਾਂ ਫਿਰ ਜਿਹੜਾ ਇੱਕ ਬਿਜ਼ਨਸ ਤੈਅ ਕੀਤਾ ਹੁੰਦਾ ਹੈ ਇਹ ਕਾਰਵਾਈ ਥੋੜੀ ਜਿਹੀ ਕੋਈ ਵੱਡੀ ਰੌਕਟ ਸਾਇੰਸ ਨਹੀਂ ਹੈ। ਤੁਸੀਂ ਆਰਾਮ ਨਾਲ ਇਹ ਸਮਝ ਸਕਦੇ ਹੋ ਕਿ ਕੀ ਹੁੰਦਾ ਜ਼ੀਰੋ ਆਰ, ਕੀ ਕੁਐਸਚਨ ਆਰ, ਕੁਛ ਵੱਡੀ ਗੱਲ ਨਹੀਂ ਹੁੰਦੀ। ਤਾਂ ਮਤਲਬ ਕਿ ਜਿਹੜਾ ਬਿਜ਼ਨਸ ਪ੍ਰਵਾਨ ਕਰ ਲਿਆ ਜਾਏਗਾ, ਪ੍ਰਵਾਨ ਤੋਂ ਕੀ ਭਾਵ ਹੈ ਕਿ ਇਹਨਾਂ ਦੇ 7-8 ਮੁੱਦੇ ਰਹਿਣਗੇ ਸੰਭਾਵੀ ਤੌਰ ਤੇ। ਹੋ ਸਕਦਾ ਕੋਈ ਇੱਕ ਅੱਧਾ ਘੱਟ ਜਾਵੇ ਜਾਂ ਵੱਧ ਜਾਵੇ, ਜਿਹਦੇ 'ਚ ਬਿਜਲੀ ਵਾਲਾ ਸਿਸਟਮ ਹੋ ਗਿਆ ਜਾਂ BSS ਦਾ ਉਹ ਨਿੰਦਾ ਮਤਾ ਇਹਨਾਂ ਨੇ ਲਿਆਉਣਾ। ਉਹ ਉੱਥੇ ਕੁਛ ਨਹੀਂ ਕਰ ਸਕਦੇ ਕਿਉਂਕਿ ਸੈਂਟਰ ਦੇ ਕੋਲ ਉਸ ਮਾਮਲੇ 'ਚ ਬਹੁਤ ਵੱਡੀ ਪਾਵਰ ਆ। ਇੱਕ ਦੋ ਹੋਰ ਮੁੱਦੇ ਜਿੱਦਾਂ ਆਪਾਂ ਕੱਲ ਵੀ ਦੇਖ ਰਹੇ ਸੀਗੇ ਕਿ ਡਰੱਗ ਨਾਲ ਜੋੜਿਆ ਕੋਈ ਮੁੱਦਾ ਲਿਆਂਦਾ ਜਾ ਸਕਦਾ ਆ, ਕੁਛ ਇਸ ਤਰ੍ਹਾਂ। ਮਤਲਬ ਕਿ 7-8 ਮੁੱਦੇ ਵੱਡੇ ਮੁੱਦੇ ਜਿਹੜੇ ਆਪਾਂ ਕਹਿ ਸਕਦੇ ਕਿ ਪੰਜਾਬ ਦੀ ਰਾਜਨੀਤੀ ਨੂੰ ਹੁਣ ਤੱਕ ਪ੍ਰਭਾਵੀ ਰੱਖੀ ਬੈਠੇ ਆ ਔਰ ਅਗਾਂਹ ਵੀ ਇਹ ਪ੍ਰਭਾਵੀ ਰੱਖਣਗੇ। ਸੋ ਐਸੇ 7-8 ਮੁੱਦੇ ਹੋਣਗੇ ਜਿਨ੍ਹਾਂ ਤੇ ਪ੍ਰੋਪਰ ਮਤਲਬ ਕਿ ਬਹਿਸ ਹੋ ਸਕਦੀ ਆ, ਵੀ ਵਿਰੋਧੀ ਧਿਰ ਉਹਨਾਂ ਤੇ ਬੋਲ ਸਕਦੀ ਹੈ। ਸਮਝ ਗਏ ਨਾ ਤੁਸੀਂ ਕਿ ਬਿਜ਼ਨਸ ਦਾ ਏਜੰਡਾ ਸੈੱਟ ਕਰ ਦਿੱਤਾ, ਪ੍ਰਵਾਨ ਕਰਕੇ ਸਪੀਕਰ ਸਾਹਿਬ ਨੇ ਕਿ ਲਓ ਭਾਈ ਐਸੇ ਬਿਜ਼ਨਸ ਤੇ ਹੀ ਗੱਲ ਹੋਏਗੀ, ਦੂਜਾ ਹੰਗਾਮਾ ਨਹੀਂ ਕਰਨਾ ਜੀ। ਤਾਂ ਉਹਦੇ 'ਚ ਕੀ ਹੈ ਕਿ ਦੂਸਰੇ ਸਵਾਲ ਆਪ ਜਿਹੜੇ ਮਨਫੀ ਹੋ ਜਾਣਗੇ। ਇਹ ਸੁਣਨ ਦੇ ਵਿੱਚ ਆਇਆ ਅਮਰਿੰਦਰ ਸਿੰਘ ਦੀ ਟੀਮ ਜਿੰਨੀ ਕੋ ਭਾਵ ਕੱਢਦੀ ਪਈ ਹੈ ਕਿ ਅਮਰਿੰਦਰ ਸਿੰਘ ਨਹੀਂ ਜਾ ਰਹੇ, ਹੋ ਸਕਦਾ ਪ੍ਰਕਾਸ਼ ਸਿੰਘ ਬਾਦਲ ਵੀ ਨਾ ਜਾਣ। ਤਾਂ ਇਸ ਤਰ੍ਹਾਂ ਲੱਗਦਾ ਆ ਕਿ ਜਿਹੜੇ ਵੱਡੇ ਮਹਾਰਥੀ ਆ ਉਹ ਇਸ ਸੈਸ਼ਨ ਤੋਂ ਕਿਤੇ ਨਾ ਕਿਤੇ ਥੋੜਾ ਪਾਸੇ ਰਹਿਣਗੇ। ਅਮਰਿੰਦਰ ਸਿੰਘ ਤੇ ਖਾਸ ਤੌਰ ਤੇ ਕਿਤੇ ਖੇਤ ਮੈਨੂੰ ਨਾ ਵੱਜ ਜਾਵੇ ਕਿਉਂਕਿ ਤੁਹਾਨੂੰ ਪਤਾ ਹੀ ਉਹ ਨਿਸ਼ਾਨੇ ਤੇ ਖਾਸ ਤੌਰ ਤੇ ਜੀ। ਅੱਛਾ, ਜੇ ਗੱਲ ਕਰੀਏ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੋਣਾ ਦੀ, ਜੇ ਬਾਦਲ ਪਰਿਵਾਰ ਦੀ ਗੱਲ ਚੱਲੀ ਹੈ ਤਾਂ ਮਨਪ੍ਰੀਤ ਬਾਦਲ ਦੀਆਂ ਬੱਸਾਂ ਨੂੰ ਡਿਫਾਲਟਰ ਦੱਸ ਕੇ ਵੜਿੰਗ ਸਾਹਿਬ ਨੇ ਜਿਹੜਾ ਗੁਬਾਰ ਕੱਢਿਆ ਉਹ ਤੇ ਆਪਾਂ ਗੱਲ ਕਰ ਲਈਏ। ਦੇਖੋ ਵੜਿੰਗ ਦਾ ਨਾ ਮਸਲਾ ਕੀ ਹੈ ਕਿ ਇਹਨਾਂ ਦੀ ਪਰਸਨਲ ਹੈ ਆਪਸ ਦੇ ਵਿੱਚ,
ਜਦੋਂ ਮਤਲਬ ਕਿ ਚਰਨਜੀਤ ਸਿੰਘ ਨੂੰ ਸੀਐਮ ਬਣਾਉਣ ਦੇ ਵਿੱਚ ਮਨਪ੍ਰੀਤ ਬਾਦਲ ਦੀ ਬਹੁਤ ਵੱਡੀ ਭੂਮਿਕਾ ਸੀ, ਪਰ ਰਾਜਾ ਵੜਿੰਗ ਮੰਤਰੀ ਮੰਡਲ 'ਚ ਆ ਗਿਆ, ਇਹ ਉਹਦਾ ਜ਼ੋਰ ਸੀਗਾ, ਇਹ ਉਹਦਾ ਜ਼ੋਰ ਸੀ, ਬਿਲਕੁਲ ਇਹ ਉਹਦਾ ਜ਼ੋਰ ਸੀਗਾ। ਠੀਕ ਹੈ ਨਾ ਜੀ। ਕਿਉਂਕਿ ਮਨਪ੍ਰੀਤ ਸਿੰਘ ਬਾਦਲ ਨੇ ਤੁਸੀਂ ਦੇਖੋਗੇ ਜਿਹੜੀਆਂ ਫੋਟੋਆਂ ਪੋਸਟ ਕੀਤੀਆਂ, ਕਿਉਂਕਿ ਸਾਡੀ ਤੇ ਅੱਖ ਰਹਿੰਦੀ ਇਹਨਾਂ ਚੀਜ਼ਾਂ ਤੇ, ਜਿੰਨੀਆਂ ਵੀ ਉਹ ਹਰੇਕ ਦੀ ਫੋਟੋ ਸ਼ੇਅਰ ਕਰ ਰਹੇ ਸਨ, ਜਿੱਥੇ ਰਾਜਾ ਵੜਿੰਗ ਦੀ ਫੋਟੋ ਦਿਸੇ ਉੱਥੇ ਕ੍ਰੌਪ ਕਰਕੇ ਫੋਟੋ ਪਾਉਂਦੇ ਸਨ। ਕ੍ਰੌਪ ਸਮਝ ਗਏ ਨਾ, ਕੱਟ ਕੇ, ਮਤਲਬ ਕਿ ਉਨੀ ਸਾਈਡ ਕੱਟ ਕੇ। ਤਾਂ ਜਿੰਨੀਆਂ ਵੀ ਫੋਟੋ ਆਈਆਂ ਰਾਜਾ ਵੜਿੰਗ ਕਿਤੇ ਵੀ ਨਜ਼ਰ ਨਹੀਂ ਆਇਆ ਤੁਹਾਨੂੰ। ਮਨਪ੍ਰੀਤ ਬਾਦਲ ਦੇ ਜਿਹੜਾ ਵੈਰੀਫਾਈਡ ਪੇਜ ਆ ਉਹਦੇ ਤੇ ਜਾ ਕੇ ਚੈੱਕ ਕਰ ਲਿਓ। ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਦੀ ਅਦਾਵਤ ਹੈ, ਮੌੜ ਦੀ ਸੀਟ ਤੋਂ ਚੱਲੀ ਸੀਗੀ ਤੇ ਫਿਰ ਬਠਿੰਡੇ ਵਾਲੇ ਇਲੈਕਸ਼ਨ ਤੱਕ ਤਾਂ ਆਉਂਦਾ ਬੈਠੇ ਵੀ। ਜੇ ਤੁਸੀਂ ਦੇਖੋਗੇ ਮਨਪ੍ਰੀਤ ਬਾਦਲ ਦਾ ਜਿਹੜਾ ਗੜ੍ਹ ਸੀਗਾ, ਉਸ ਗੜ੍ਹ ਨੂੰ ਇੱਕ ਆਮ ਦੇ ਮੁੰਡੇ ਨੇ ਜਿੱਤਿਆ ਸੀਗਾ। ਬਿਲਕੁਲ ਬਿਲਕੁਲ। ਉਥੋਂ ਵਜੂਦ ਹੀ ਖਤਮ ਕਰ ਦਿੱਤਾ ਇਹਨਾਂ ਦਾ ਲੜਵਾਈ ਤੋਂ, ਫਿਰ ਇਹਨਾਂ ਨੂੰ ਬਠਿੰਡੇ ਆਉਣਾ ਪਿਆ। ਇਹਨਾਂ ਦੇ ਭੈਣ ਜੀ ਇੱਥੇ ਰਹਿੰਦੇ ਕੈਨੇਡਾ ਦੇ ਵਿੱਚ। ਜਦੋਂ ਪਹਿਲੀ ਵਾਰੀ ਜਿੱਤੇ ਸੀ ਉਹਨਾਂ ਦੇ ਸਿਸਟਰ ਦਾ ਫੋਨ ਆਇਆ ਸੀ, ਮੈਂ ਕਿਹਾ ਕੈਨੇਡਾ ਹੀ ਰਹਿੰਦੇ ਨੇ, ਓਨਟਾਰੀਓ 'ਚ ਸਾਡੇ ਰੈਗੂਲਰ ਲਿਸਨਰ ਵੀ ਸੀ। ਉਹਨਾਂ ਦਾ ਫੋਨ ਆਇਆ ਸੀ ਕਿ ਮੇਰੇ ਬ੍ਰਦਰ ਜਿੱਤੇ ਨੇ, ਤੇ ਉਦੋਂ ਸ਼ਾਇਦ ਅਸੀਂ ਕੋਸ਼ਿਸ਼ ਕੀਤੀ ਸੀ ਗੱਲਬਾਤ ਕਰਨ ਦੀ ਪਹਿਲੀ ਵਾਰੀ, ਪਰ ਨਹੀਂ ਹੋ ਸਕੀ। ਪਰ ਉਹਨਾਂ ਦੇ ਸਿਸਟਰ ਜੀ ਦਾ ਮੈਨੂੰ ਫੋਨ ਆਇਆ ਸੀਗਾ ਕਿ ਅਸੀਂ ਆਮ ਪਰਿਵਾਰ ਦੇ ਵਿੱਚੋਂ ਮੁੰਡਾ ਉੱਠਿਆ, ਜਿਵੇਂ ਉਹਦੀ ਮੁਖਾਲਫਤ ਹੋ ਰਹੀ ਸੀ ਨਾ ਉਦੋਂ ਬਾਅਦ ਵਿੱਚ। ਹਾਂਜੀ, ਹੋ ਸਕਦਾ ਬਿਲਕੁਲ ਸੱਚ ਹੈ, ਸੱਚ ਹੈ, ਹਕੀਕਤ ਹੈ ਕਿ ਆਮ ਘਰ ਚੋਂ ਉੱਠਿਆ ਮੁੰਡਾ 12 ਚ ਇਹਨਾਂ ਨੂੰ ਦਿੰਦਾ ਹਰਾ, ਬਿਲਕੁਲ, ਫਿਰ 17 ਚ ਉਹਨੂੰ ਟਿਕਟ ਕਰਦੀ, ਉਸ ਤੋਂ ਬਾਅਦ ਉਹ ਪਾਵਰਫੁਲ ਹੋ ਜਾਂਦਾ ਪੂਰਾ। ਅੱਜ ਦੀ ਤਾਰੀਖ ਦੇ ਵਿੱਚ ਤਾਂ ਤੁਸੀਂ ਦੇਖ ਲਓ ਵੜਿੰਗ ਹੋਈ ਜਾਂਦੀ ਹੈ, ਇਹ ਸੱਚ ਆ। ਹਾਲਾਂਕਿ ਉਹਦੀਆਂ ਕੁਛ ਗੱਲਾਂ ਨਾਲ ਮੈਂ ਸਦਾ ਸਹਿਮਤ ਰਹਿਣਾ, ਬੋਲਦਾ ਜਦੋਂ ਬਹੁਤ ਕੁਛ ਸਾਰੀਆਂ ਗੱਲਾਂ ਕਰ ਜਾਂਦਾ, ਕਈ ਵਾਰ ਪੁੱਠੀਆਂ ਸਿੱਧੀਆਂ, ਉਹ ਫਿਰ ਹੁੰਦਾ ਹੀ ਹੈ ਨਾ ਕਈ ਵਾਰ ਆਪਰਪੱਕਤਾ ਕਹਿੰਦੇ ਆਪਾਂ। ਪਰੰਤੂ ਗੱਲ ਇਹ ਆ ਕਿ ਜਿਹੜਾ ਬਠਿੰਡੇ ਵਾਲਾ ਇਲੈਕਸ਼ਨ ਸੀਗਾ ਜਿਸ ਵਿੱਚ ਸਾਡਾ ਪਿੰਡ ਆਉਂਦਾ, ਉਸ ਇਲੈਕਸ਼ਨ ਤੋਂ ਕਹਾਣੀ ਜ਼ਿਆਦਾ ਦੇ ਕਿਉਂਕਿ ਸ਼ਹਿਰੀ ਵੋਟ ਜਿਹੜੀ ਸੀਗੀ ਬਠਿੰਡੇ ਵਾਲੀ, ਉਹ ਮਤਲਬ ਕਿ ਰਾਜਾ ਵੜਿੰਗ ਨੂੰ ਸ਼ੱਕ ਆ ਕਿ ਮਤਲਬ ਕਿ ਮੈਨੂੰ ਹਰਾਉਣ ਵਾਸਤੇ ਸਾਰੀ ਜੁਗਤਬੰਦੀ ਕੀਤੀ ਗਈ, ਤੁਸੀਂ ਸਮਝਦੇ ਹੋ। ਤਾਂ ਉਹ ਜਿਹੜੀ ਅਸਲਬਾਜ਼ੀ ਆ ਨਾ, ਉਹ ਫਿਰ ਇੱਕ ਮੌਕੇ ਹੁਣ ਦੇਖੋ ਮੰਤਰੀ ਮੰਡਲ ਦੇ ਵਿੱਚ ਇਹ ਵੀ ਨੇ, ਮੰਤਰੀ ਮੰਡਲ ਦੇ ਵਿੱਚ ਉਹ ਵੀ ਨੇ, ਸਿਰਾਂ ਤੇ ਨਹੀਂ ਨਾ ਕੀਤਾ ਜਾ ਸਕਦਾ ਕਿਸੇ ਵੀ ਮੌਕੇ ਤੇ ਐਕਸ਼ਨ। ਤਾਂ ਹੁਣ ਅੱਗੇ ਤਾਂ ਕਰ ਦਿੰਦੇ ਸੀ, ਸਿੱਧੋ ਸਿੱਧੀ ਹੋ ਰਹੇ ਨੇ ਜਿਹੜੇ ਮਨਪ੍ਰੀਤ ਸਿੰਘ ਬਾਦਲ ਦੇ ਬ੍ਰਦਰ ਇਨ ਲਾਅ ਨੇ, ਜੈਜੀਤ ਸਿੰਘ ਜੌਹਲ, ਉਹਨਾਂ ਦੇ ਨਾਲ ਆਰਪਸ ਹੋਈ ਵੀ ਸੀ ਇਹਨਾਂ ਕੁਛ ਮਹੀਨੇ ਪਹਿਲਾਂ। ਪਰ ਬਾਅਦ ਚ ਕਿਉਂਕਿ ਜਦੋਂ ਤੁਸੀਂ ਮੰਤਰੀ ਬਣਦੇ ਨੇ ਤਾਂ ਛੋਟੇ ਲੈਵਲ ਦੀ ਲੜਾਈ ਨਹੀਂ ਲੜੀ ਜਾ ਸਕਦੀ। ਤਾਂ ਫਿਰ ਹੁਣ ਰਾਜਾ ਵੜਿੰਗ ਨੇ ਜਿਹੜੀ ਗੱਲ ਕਹਿ ਲਓ ਕਿ ਕੱਛ ਚੋਂ ਮੂੰਗਲੀ ਕੱਢੀ ਆ, ਉਹ ਬੜੀ ਜ਼ਬਰਦਸਤ ਆ। ਕਹਿੰਦੇ ਆ ਕਿ ਮੂੰਗਲੀ ਜਿੰਨੀ ਮਰਜ਼ੀ ਕਮਜ਼ੋਰ ਹੋਵੇ ਪਰ ਕੱਚ ਦੇ ਗਲਾਸ 100 ਵੀ ਭੰਨ ਦਿੰਦੀ ਆ। ਜੀ ਜੀ ਜੀ। ਸੋ ਉਸ ਮੂੰਗਲੀ ਨੇ ਗਲਾਸ ਇਉਂ ਭੰਨੇ ਆ ਕਿ ਰਾਜਾ ਵੜਿੰਗ ਨੇ ਕਿਹਾ ਕਿ ਖਜ਼ਾਨਾ ਭਰ ਸਕਦਾ, ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ, ਭਰਨਾ ਸੀ ਆ, ਪਰ ਭਰ ਕਿਉਂ ਨਹੀਂ ਰਿਹਾ, ਭਾਰਤ ਕਿਉਂ ਨਹੀਂ ਰਿਹਾ, ਉਹਦਾ ਅੱਗੇ ਜਵਾਬ ਦਿੰਦੇ ਆ ਕਿ ਦੇਖੋ ਇੱਕ ਤੇ ਆ ਕਿ ਔਸਤਨ 1 ਕਰੋੜ ਰੁਪਏ ਦਾ ਘਾਟਾ ਪਿਆ ਪਿਛਲੇ 14 ਸਾਲਾਂ 'ਚ, ਜਿਹੜਾ 700 ਕਰੋੜ ਰੁਪਈਆ ਬਣਦਾ ਹੈ। ਦੂਜੀ ਚੀਜ਼ ਦੇ ਲਈ ਕਹੀ ਕਿ ਹਾਲੇ ਵੀ ਬਹੁਤ ਸਾਰੇ ਟੈਕਸ ਡਿਊ ਨੇ। ਉਹਨਾਂ ਨੇ ਕਿਹਾ ਕਿ 93 ਕਰੋੜ ਰੁਪਏ ਦਾ ਟੈਕਸ ਡਿਊ ਹੈ, ਮਤਲਬ ਕਿ ਆਲਮੋਸਟ 100 ਕਰੋੜ ਰੁਪਈਆ ਇਹ ਕਰ ਬਣ ਗਿਆ। 100 ਕਰੋੜ ਰੁਪਈਆ ਜਿਹੜਾ ਟੈਕਸ ਬਕਾਇਆ, ਔਰ ਇਹ ਉਦੋਂ ਬਕਾਇਆ ਵਾ ਜਦੋਂ ਸਰਕਾਰ ਪਹਿਲਾਂ ਹੀ 63 ਕਰੋੜ ਦੀ ਟਰਾਂਸਪੋਰਟਰਾਂ ਨੂੰ ਕੋਵਿਡ ਕਰਕੇ ਰਾਹਤ ਦੇ ਚੁੱਕੀ ਆ। ਯਾਨੀ ਟੋਟਲ ਕਿੰਨਾ ਹੋ ਗਿਆ ਸੀਗਾ, ਤਕਰੀਬਨ 1.5 ਕਰੋੜ, 1.5 ਕਰੋੜ ਤੋਂ ਵੱਧ ਹੀ ਬਣਦਾ, 150 ਕਰੋੜ ਤੋਂ ਵੱਧ ਬਣਦਾ। ਤਾਂ ਉਸ ਤੋਂ ਇਲਾਵਾ ਇਹ ਕਹਿੰਦੇ ਕਿ 93 ਕਰੋੜ ਹਾਲੇ ਵੀ ਬਕਾਇਆ। ਪੱਤਰਕਾਰਾਂ ਦੀ ਵੀ ਪੱਤਰਕਾਰ ਤੁਹਾਨੂੰ ਪਤਾ ਪੂਰੇ ਨਗੋਚੀ ਹੁੰਦੇ, ਉਹਨਾਂ ਨੇ ਕਿਹਾ ਕਿ ਬਾਦਲ ਸਾਹਿਬ ਦੀ ਵੀ ਟਰਾਂਸਪੋਰਟ ਹੈਗੀ, ਨਾ ਕਿਹਾ ਹੈਗੀ ਆ, ਤੇ ਉਹਨਾਂ ਦਾ ਟੈਕਸ ਬਕਾਇਆ ਕਹਿੰਦੇ ਜੀ 13 ਲੱਖ ਉਹਨਾਂ ਦਾ। ਮਤਲਬ ਕਿ ਉੱਥੇ ਫਿਰ ਸਾਫ਼ ਕਰ ਗਏ ਕਿ ਅਸਲ ਦੇ ਵਿੱਚ ਟੈਕਸ ਬਕਾਏ ਦੇ ਮਾਮਲੇ ਦੇ ਵਿੱਚ ਰਘੂ ਰਾਜ ਟਰਾਂਸਪੋਰਟ ਵੀ ਡਿਫਾਲਟ ਕਰ ਰਹੀ ਹੈ ਜੀ। ਇਹਨਾਂ ਦੀ ਟਰਾਂਸਪੋਰਟ ਦਾ ਨਾਮ ਹੈ ਰਘੂ ਰਾਜ ਟਰਾਂਸਪੋਰਟ। ਸੋ 13 ਲੱਖ ਦਾ ਬਕਾਇਆ ਹੋਣੇ ਕਹਿ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਕੇ ਜਲਦੀ ਭਰ ਦੇਵਾਂਗੇ, ਪਰ ਤੁਸੀਂ ਇਹ ਸੋਚੋ ਕਿ ਉਹ 93 ਕਰੋੜ ਜਿਹੜਾ ਬਕਾਇਆ ਉਹਦੇ ਵਿੱਚ ਕਿਹੜੇ ਕਿਹੜੇ ਟਰਾਂਸਪੋਰਟਰ ਹੋਣਗੇ, ਬਾਕੀ ਦੇ ਕਿਹੜੇ ਕਿਹੜੇ ਹੋਣਗੇ। ਵੌਇਸ ਆਫ ਸਿਟੀ 1320 AM ਤੇ ਮੈਨੂੰ ਲੱਗਦਾ ਕਿ 93 ਕਰੋੜ ਇਹਨੇ ਕੱਢ ਲੈਣਾ ਚੋਣਾਂ ਤੋਂ ਪਹਿਲਾਂ ਜਿਸ ਤਰੀਕੇ ਨਾਲ ਰਿੰਗ ਹੋਇਆ ਫਿਰਦਾ ਰਾਜਾ ਵੜਿੰਗ। ਪੰਜਾਬ ਪੁਲਿਸ ਦਾ ਆਪਣੀ ਹੀ ਪੁਲਿਸ ਤੇ ਐਕਸ਼ਨ ਹੋ ਗਿਆ, ਕਿਆ ਬਾਤ ਹੈ। ਕਿਤੇ ਅਣਪਛਾਤੀ ਪੁਲਿਸ ਵੀ ਲੱਭ ਲਏ, ਕਿਤੇ ਪੰਜਾਬ ਪੁਲਿਸ
ਇਹ ਤਾਂ ਜੱਗੋਂ 13ਵੀਂ ਹੋ ਜੀ। ਡਰੱਗ ਦੇ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਜੀ, ਕਿਉਂਕਿ ਇੱਥੇ ਕਾਫੀ ਜ਼ਿਆਦਾ ਕਨਸਰਨ ਮਚਿਆ ਹੋਇਆ। ਮੈਂ ਤੁਹਾਨੂੰ ਅੱਗੇ ਕਿਹਾ ਸੀਗਾ ਕਿ ਡਰੱਗ ਦਾ ਮੁੱਦਾ ਹੌਲੀ ਹੌਲੀ ਬਹੁਤ ਜ਼ਿਆਦਾ ਭਖ ਜਾਏਗਾ, ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਏਗਾ ਡਰੱਗ ਦਾ ਮੁੱਦਾ ਇਹ ਭਖਣਾ ਹੀ ਭਖਣਾ ਹੈ। ਸੋ ਲਿਹਾਜ਼ਾ ਇਹਨਾਂ ਨੇ ਐਕਸ਼ਨ ਕੀਤਾ ਹੈ ਮੇਰੇ ਖਿਆਲ ਦੇ ਨਾਲ। ਤਕਰੀਬਨ ਫਿਰੋਜ਼ਪੁਰ ਦੇ ਵਿੱਚ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਆ ਨਾ ਉਹਨਾਂ ਤੇ ਗਾਜ ਇਹਨਾਂ ਨੇ ਸੁੱਟੀ ਹੈ। ਪੰਜਾਬ ਪੁਲਿਸ ਦਾ ਯਾਨੀ ਪੁਲਿਸ ਤੇ ਐਕਸ਼ਨ ਹੈ। ਫਿਰੋਜ਼ਪੁਰ ਦੇ ਵਿੱਚ 11 ਤੇ ਮੋਗੇ ਦੇ ਵਿੱਚ 2 ਪੁਲਿਸ ਮੁਲਾਜ਼ਮਾਂ ਨੂੰ ਡਿਸਮਿਸ ਹੀ ਕਰ ਦਿੱਤਾ ਹੈ। ਮਤਲਬ ਕਿ ਮਹਿਕਮੇ ਤੋਂ ਜਿਵੇਂ ਟਰਮੀਨੇਟ ਕਰ ਦਿੰਦੇ ਆ ਕਿ ਉਹਨਾਂ ਦਾ ਸਾਰਾ ਪਤਾ ਹੀ ਕਰ ਦਿੱਤਾ। ਤਾਂ ਇਹ ਕੁਛ ਇਸ ਤਰ੍ਹਾਂ ਦੇ ਮੁਲਾਜ਼ਮ ਸਨ ਕਿ ਇਹ ਆਪਣੇ ਫਰਜ਼ ਦੇ ਵਿੱਚ ਕੁਤਾਹੀ ਕਰ ਰਹੇ ਸਨ, ਮਿਲ ਜੁਲ ਕੇ ਕੰਮ ਕਰਵਾ ਰਹੇ ਸਨ। ਜਾਂ ਕਹਿ ਲਓ ਕਿ ਇੱਕ ਮਾਮਲਾ ਤੇ ਐਸਾ ਵੀ ਆਇਆ ਜਿੱਥੇ ਨਾਬਾਲਗਾਂ ਨੂੰ ਨਸ਼ੇ ਤੇ ਲਾਇਆ ਪੁਲਿਸ। ਹਾਂਜੀ, ਅੱਗੇ ਵੀ ਇੱਕ DSP ਤੇ ਦੋਸ਼ ਲੱਗਾ ਸੀਗਾ ਕਿ ਕੁਝ ਬੀਬੀਆਂ ਨੇ ਕਿਹਾ ਸੀਗਾ, 1-2 ਬੀਬੀਆਂ ਸਾਹਮਣੇ ਆ ਗਈਆਂ, ਕਾਫੀ ਰੌਲਾ ਪਿਆ ਸੀਗਾ। ਤੇ ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਐਕਸ਼ਨ ਕੀਤਾ ਹੈ ਤੇ ਐਕਸ਼ਨ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮ ਜਿਹੜੇ ਇਹਨਾਂ ਨੇ ਡਿਸਮਿਸ ਕਰ ਦਿੱਤੇ। ਕਾਫੀ ਲੰਬੀ ਫਹਿਰਿਸਤ ਆ ਉਹਨਾਂ ਦੇ ਕੀਤੇ ਜੋ ਵੀ ਗੁਨਾਹ ਨੇ ਜਾਂ ਕਹਿ ਲਓ ਕਿ ਕੀਤੀਆਂ ਕੁਤਾਹੀਆਂ ਨੇ। ਤਾਂ ਇਹਦੇ ਕਰਕੇ ਹੁਣ ਇੱਕ ਮਤਲਬ ਕਿ ਯਤਨ ਕੀਤਾ ਜਾ ਰਿਹਾ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕਿ ਕਿਤੇ ਨਾ ਕਿਤੇ ਅਸੀਂ ਇਹ ਦਿਖਾਉਣ ਦਾ ਯਤਨ ਕਰੀਏ ਕਿ ਸਾਡੀ ਸਰਕਾਰ ਦੇ ਵਿੱਚ ਕੋਈ ਢਿੱਲ ਮੱਠ ਨਹੀਂ ਹੈ। ਪਰ ਇਹ ਨੈਕਸਸ ਤੁਹਾਡੇ ਤੋਂ ਜਿਹੜਾ ਮਤਲਬ ਕਿ ਸ਼ੁਰੂ ਤੋਂ ਹੀ ਪ੍ਰਚਾਰਿਆ ਗਿਆ ਔਰ ਇਹ ਸੱਚ ਵੀ ਹੈ, ਤਥਾਤਮਕ ਵੀ ਹੈ ਕਿ ਇੱਕ ਨੈਕਸਸ ਬਣ ਜਾਂਦਾ ਹੈ ਹੇਠਲੇ ਪੱਧਰ ਤੇ, ਜਿਹਦੇ ਵਿੱਚ ਖਾਕੀ ਵੀ ਆ ਜਾਂਦੀ ਹੈ, ਖਾਦੀ ਵੀ ਆ ਜਾਂਦੀ ਹੈ, ਜਿਹਦੇ ਵਿੱਚ ਗਾਂ ਪੈਡਲਰ ਵੀ ਆ ਜਾਂਦੇ ਆ, ਜਿਹਦੇ ਵਿੱਚ ਗਾਂ ਨਿੱਕੇ ਨਿੱਕੇ ਕਰਿੰਦੇ ਰੱਖੇ ਹੁੰਦੇ। ਸਾਰਾ ਇਹ ਨੈਕਸਸ ਜਿਹੜਾ ਆ ਉਹਨੂੰ ਜਦੋਂ ਤੱਕ ਨਿਸ਼ਤਨਾਬੂਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਕੋਈ ਵੀ ਤੁਹਾਡੀ ਮੁਹਿੰਮ ਹੋਏਗੀ ਸਿਰੇ ਨਹੀਂ ਚੜ੍ਹਨੀ। ਇਹ ਤਾਂ ਫਿਰ ਨਰਾਮੀ ਹੈ ਨਾ ਕਿ 4.5 ਸਾਲ ਪੌਣੇ 5 ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਤੁਹਾਡੇ ਸਾਹਮਣੇ ਇਹੋ ਜਿਹੇ ਮੌਕੇ ਆ ਰਹੇ ਆ ਜਿੱਥੇ ਕੋਈ 20 ਕਿਲੋ ਫੀਮ 40 ਲੱਖ ਰੁਪਈਆ ਲੈ ਕੇ ਛੱਡ ਰਿਹਾ, ਜਿੱਥੇ ਕੋਈ ਪੁਲਿਸ ਮੁਲਾਜ਼ਮ ਜਿਹੜਾ ਆ ਉਹ ਕਿਸੇ ਹੋਰ ਤਸਕਰ ਦੇ ਨਾਲ ਰਲ ਕੇ ਉਹਨੂੰ ਸਾਰੀਆਂ ਸੂਹਾਂ ਤਲਾਹਾਂ ਦੇ ਰਿਹਾ ਵਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੇਰੇ ਖਿਆਲ ਦੇ ਨਾਲ ਇੱਕ ਫੇਲੀਅਰ ਦੇ ਰੂਪ ਦੇ ਵਿੱਚ ਸਾਹਮਣੇ ਆ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਹਾਲ ਦੀ ਘੜੀ ਯਾਨੀ ਜਦੋਂ ਤੁਹਾਡੀ ਸਾਰੀ ਟਰਮ ਪੂਰੀ ਹੋਣ ਵਾਲੀ ਉਦੋਂ ਤੀਕ ਇਹਨਾਂ ਨੂੰ ਸੌਟ ਨਹੀਂ ਕਰ ਸਕੇ ਤੁਸੀਂ। ਜੀ ਦੋਸਤੋ, ਨੰਬਰ ਹੈ 905-813-1320। ਤੁਸੀਂ ਤੇ ਕਾਲ ਕਰ ਸਕਦੇ ਹੋ ਅਗਰ ਤੁਹਾਡਾ ਕੋਈ ਕੁਐਸਚਨ ਹੋਵੇ ਤਾਂ। ਆਖਰਕਾਰ ਜਦੋਂ ਕਿ ਕੋਈ ਵੀ ਮੈਂਬਰ ਪਾਰਲੀਮੈਂਟ ਕਿਸੇ ਵੀ ਹਲਕੇ ਦੇ ਵਿੱਚ ਚੁਣਿਆ ਜਾਂਦਾ ਹੈ ਤੇ ਉਹਨੂੰ ਵਿਕਾਸ ਫੰਡ ਮਿਲਦੇ ਨੇ ਤਾਂ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਹੱਲ ਕਰ ਸਕੇ। ਸਾਰੀਆਂ ਪਾਰਟੀਆਂ ਨੂੰ ਵਿਕਾਸ ਫੰਡ ਜਿਹੜੇ ਨੇ ਉਹ ਕਿਸੇ ਵੀ ਮੈਂਬਰ ਪਾਰਲੀਮੈਂਟ ਨੂੰ ਕਿਸੇ ਵੀ ਪਾਰਟੀ 'ਚੋਂ ਜਿਹੜੀ ਉਹ ਸੀਟ ਮਿਲਦੀ ਹੈ ਕੱਢ ਜਾਂਦਾ ਤੇ ਉਹਨੂੰ ਇਹ ਫੰਡ ਮਿਲਦੇ ਨੇ। ਵੰਡੇ ਵੀ ਜਾਂਦੇ ਨੇ, ਕਈ ਨਹੀਂ ਵੰਡਦੇ, ਕਈਆਂ ਕੋਲ ਟਾਈਮ ਹੀ ਨਹੀਂ ਹੁੰਦਾ ਵੰਡਣ ਜੋਗਾ, ਕਈਆਂ ਦੇ ਪਏ ਰਹਿੰਦੇ ਨੇ, ਉਹ ਮੁੜ ਕੇ ਖੁਲਾਸੇ ਵੀ ਹੁੰਦੇ ਨੇ। ਆਖਰਕਾਰ ਉਹਨਾਂ ਨੂੰ ਫੰਡ ਮਿਲਣ ਵਾਲਾ ਕੀ ਕਹਿਣਾ ਚਾਹੋਗੇ? ਹਾਂਜੀ ਦੇਖੋ, ਕੋਵਿਡ ਕਰਕੇ ਰੋਕ ਦਿੱਤਾ ਸੀਗਾ। ਵੈਸੇ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਕਿ ਇਹ ਫੰਡ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਸੈਂਟਰ ਵੱਲੋਂ ਦਿੱਤੇ ਜਾਂਦੇ MPs ਨੂੰ। ਇਹ ਇਦਾਂ ਹੁੰਦੇ ਆ ਕਿ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਦੇ ਸਕਦੇ। ਇੰਟਰਸਟਿੰਗ ਚੀਜ਼ ਹੈ, ਜਿਵੇਂ MLA ਨੂੰ ਜੋ ਵੀ ਮਿਲਿਆ ਜੋ ਮਰਜ਼ੀ ਕਰਵਾਉਣਾ ਦੇ। ਪਰ ਇੱਥੇ MP ਲੈਡ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਫੰਡ ਹੁੰਦਾ ਉਹਦੀ ਸਾਰੀ ਯੋਜਨਾਬੰਦੀ ਤਾਂ ਉਹ ਕਰ ਸਕਦਾ ਹੈ MP, ਤਾਂ ਉਹ DC ਕੋਲ ਆਉਂਦੇ ਨੇ। DC ਕੋਲ ਆਉਂਦੇ ਨੇ ਫੰਡ, ਜ਼ਿਲ੍ਹੇ ਦਾ ਜਿਹੜਾ DC ਹੁੰਦਾ ਜਾਂ ਇਹ ਫਿਰ ਉਹ ਆਪਣੀ ਯੋਜਨਾ ਬਣਾ ਕੇ ਭੇਜਦੇ ਨੇ। ਫਰਜ਼ ਕਰੋ ਭਗਵੰਤ ਮਾਨ ਨੇ ਕਿਸੇ ਪਿੰਡ ਦੇ ਵਿੱਚ ਪਾਣੀ ਦਾ ਟੈਂਕਰ ਦੇਣਾ, ਤਾਂ ਪਾਣੀ ਦੇ ਟੈਂਕਰ ਬਾਰੇ ਉਹ ਲਿਖਣਗੇ ਸੰਬੰਧਿਤ ਪ੍ਰਸ਼ਾਸਨ ਨੂੰ। ਤਾਂ ਉਸ ਤੋਂ ਬਾਅਦ ਉਹ ਜਿਹੜੀ ਮਤਲਬ ਕਿ ਰਕਮ ਆ ਪਾਸ ਹੋ ਕੇ ਤਾਂ ਇੱਧਰ ਆਏਗੀ। ਤਾਂ ਇਹ 2 ਕਰੋੜ ਸੀ, ਐਤਕੀ ਆਉਣ ਵਾਲੇ ਸਮੇਂ 'ਚ ਮੇਰੇ ਖਿਆਲ ਦੇ ਨਾਲ 5-5 ਕਰੋੜ ਕਰਨ ਜਾ ਰਹੇ ਨੇ। ਪਰ ਮੈਨੂੰ ਲੱਗਦਾ ਹੈ ਕਿ ਦੇਖੋ 20 ਵੀ ਏਦਾਂ ਗਿਆ ਸੁੱਕਾ, 21 ਵੀ ਸੁੱਕਾ ਗਿਆ, ਸੁੱਕੇ ਜਿਵੇਂ ਕੰਨੀ ਦੇ ਤਿਆਰਿਆਂ ਤੋਂ ਸੁੱਕੇ ਹੀ ਰਹਿ ਗਏ ਵਿਚਾਰੇ MP। ਤਾਂ ਦੇਖੋ MP ਤੋਂ ਆਪ ਤੇ ਹੁੰਦੀ ਹੈ ਨਾ, ਆਮ ਪਬਲਿਕ ਨੂੰ ਤੇ ਸ਼ਾਇਦ ਇਹੀ ਹੁੰਦਾ ਕਿ ਸੈਂਟਰ ਤੋਂ ਪਤਾ ਨਹੀਂ ਕਿੰਨਾ ਕੁ ਪੈਸਾ ਮਿਲਦਾ ਨਾ, ਕਿੰਨਾ ਕੁ ਪੈਸਾ ਮਿਲਦਾ। ਸੋ ਗੱਲ ਇਹ ਆ ਕਿ ਉਹ ਪੈਸਾ ਜੁੜਿਆ ਵਾ 2 ਸਾਲ ਤਾਂ ਤੁਸੀਂ ਦਿੱਤਾ ਹੀ ਕੱਖ ਨਹੀਂ ਹੈ। ਤਾਂ ਉਹਦੇ ਨਾਲ ਜਿਹੜੇ ਛੋਟੇ ਮੋਟੇ ਕੰਮ ਹੁੰਦੇ ਆ MP ਲੈਡ ਦੇ ਵਿੱਚ ਉਹ ਰੁਕੇ ਹੋਏ ਨੇ। ਜਦ ਤੁਸੀਂ ਹੁਣ ਤੇਲ ਤੋਂ ਇੰਨੀ ਕਮਾਈ ਕਰ ਲਈ, ਮਮਤਾ ਬੈਨਰਜੀ ਤੱਕ ਕਹਿ ਰਹੀ ਹੈ ਕਿ 4 ਲੱਖ ਕਰੋੜ ਰੁਪਈਆ ਕਮਾ ਲਿਆ ਤੁਸੀਂ, ਹੁਣ ਵੰਡਿਆ ਆਪਾਂ ਆ ਜੀ ਵੰਡੀਏ। ਹੁਣ
ਤਾਂ ਦੂਸਰੇ ਪਾਸੇ ਤੁਸੀਂ ਦੇਖੋ ਇਧਰੋਂ ਰੋਕ ਕੇ ਸੈਂਟਰਲ ਵਿਸਟਾ ਦਾ ਪ੍ਰੋਜੈਕਟ ਸੀਗਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਵਿੱਚੇ ਔੜ ਦੇ ਜਿਹੜੀ ਨਵੀਂ ਸੰਸਦ ਬਣ ਰਹੀ ਆ 20,000 ਕਰੋੜ ਦਾ ਪ੍ਰੋਜੈਕਟ ਆ ਉਹ ਮਤਲਬ ਕਿ ਸਾਰੇ ਦੇਸ਼ ਦਾ ਜਿਹੜਾ ਐਮਪੀ ਲੈਡ ਆ ਵਿਕਾਸ ਲਈ ਜਾਂਦਾ ਪੈਸਾ ਜਿਹੜਾ ਹਲਕਿਆਂ ਲਈ ਉਹ ਤੁਸੀਂ ਬਲੌਕ ਕਰਕੇ ਤਾਂ ਇੱਧਰ ਇੱਕ ਨਵੀਂ ਇਮਾਰਤ ਸੈਂਟਰਲ ਵਿਸਟਾ ਉਹ ਆਰੰਭ ਦਿੱਤੀ 20,000 ਕਰੋੜ ਦੀ ਕੀਮਤ ਵਾਲੀ ਜਿੱਥੇ ਪ੍ਰਧਾਨ ਮੰਤਰੀ ਰਾਤ ਫੋਟੋ ਸੈਸ਼ਨ ਵੀ ਕਰਾਉਂਦੇ ਨੇ। ਗੱਲ ਇਹ ਹੈ ਕਿ ਇਹ ਬਹੁਤ ਜ਼ਰੂਰੀ ਹੁੰਦੇ ਆ ਛੋਟੇ ਛੋਟੇ ਕੰਮ ਪਿੰਡਾਂ ਦੇ ਜਿਹੜੇ ਐਮਪੀ ਕਰਵਾਉਂਦੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੀ ਇੱਕ ਵਿਧੀ ਵੱਖਰੀ ਆ ਉਹ ਐਗਜ਼ਾਮਪਲ ਦਿੱਤਾ ਪਰ ਇਹ ਨਹੀਂ ਹੈ ਕਿ ਸਾਰੇ ਪੈਸੇ ਖਾ ਜਾਂਦੇ ਤੇ ਪਿੱਛੇ ਮੁੜ ਜਾਂਦੇ ਆ ਲਾਉਣ ਵਾਲੇ ਲਾਉਂਦੇ ਨੇ। ਉਹੀ ਮੈਂ ਕਿਹਾ ਨਾ ਕਿ ਕਈ ਫੰਡ ਜਿਹੜੇ ਨੇ ਖਾਣ ਵਾਲਾ ਤੇ ਚਲੋ ਮਸਲਾ ਤੇ ਉੱਤੇ ਆਪਾਂ ਕਿਉਂ ਡਿਸਕਸ ਕਰਨੀ ਹੈ ਐਮਪੀ ਲੈਟ ਦੇ ਵਿੱਚ ਖਾ ਥੋੜਾ ਔਖਾ ਮਤਲਬ ਮੈਂ ਤੁਹਾਨੂੰ ਦੱਸਿਆ ਕਰਕੇ ਮਤਲਬ ਕਿ ਜਿਹੜੇ ਵਰਤਣ ਵਾਲੇ ਆ ਉਹ ਐਮਪੀ ਵਰਤ ਲੈਂਦੇ ਸਾਰਾ ਵਰਤਣ ਕੇ ਤਦ ਹੀ ਨਾ ਕੀਤਾ ਪਿੱਛੋਂ ਆਏਗਾ। ਜੀ 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 ਇਸ ਕਰਕੇ ਦੇਣਾ ਚਾਹੀਦਾ ਹੈ ਪੈਸਾ ਔਰ ਮੇਰੇ ਖਿਆਲ ਦੇ ਨਾਲ ਹੁਣ ਵਧਾ ਕੇ ਦੇਣਾ ਚਾਹੀਦਾ ਜਦੋਂ ਤੁਹਾਡੇ ਕੋਲ ਹੁਣ ਏਦਾਂ ਆ ਕਿ ਤੁਹਾਡੀ ਇਕਨੋਮੀ ਵੀ ਜਿਹੜੀ ਆ ਉਹ ਗਰੋ ਕਰ ਰਹੀ ਹੈ ਇਸ ਟਾਈਮ ਤੁਹਾਡੇ ਕੋਲ ਪੈਸਾ ਤੁਹਾਡੀ ਜੀਐਸਟੀ ਕਲੈਕਸ਼ਨ ਵੱਧ ਰਹੀ ਹੈ ਤੁਹਾਡੀ ਤੇਲ ਦੀ ਕਲੈਕਸ਼ਨ ਦਾ ਤਾਂ ਭੰਡਾਰ ਹੀ ਭਰਪੂਰ ਹੈ ਦੇਣਾ ਚਾਹੀਦਾ ਖੁੱਲ੍ਹ ਕੇ ਪੈਸਾ ਤਾਂ ਕਿ ਇਸ ਪੱਧਰ ਤੇ ਵਿਕਾਸ ਕੋਈ ਹੋਵੇ ਮਾੜਾ ਮੋਟਾ। ਚਲੋ ਮਿੰਟੂ ਜੀ ਮੇਰੇ ਨਾਲ ਕਾਲਰ ਨੇ ਦੇਖਦੇ ਆ ਕੀ ਕਹਿਣਾ ਚਾਹੁੰਦੇ। ਵੈਲਕਮ ਜੀ ਸਵਾਗਤ ਹੈ ਜੀ ਆਇਆਂ ਨੂੰ। ਹਾਂਜੀ ਚੱਲਦਾ ਸਤਿ ਸ਼੍ਰੀ ਅਕਾਲ ਤੇ ਮਿੰਟੂ ਬਾਜੀ ਨੂੰ ਸਤਿ ਸ਼੍ਰੀ ਅਕਾਲ। ਅੱਛਾ ਮਿੰਟੂ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਚੰਨੀ ਸਾਹਿਬ ਤੇ ਠਾ ਅਨਾਉਂਸਮੈਂਟ ਕਰੀ ਜਾਂਦੇ ਆ ਤੇ ਬਾਦਲ ਆਪਣੇ ਬਾਦਲ ਸਾਹਿਬ ਨਾਲ ਬੈਠੇ ਸੀਗੇ ਮਨਪ੍ਰੀਤ ਬਾਦਲ ਸਾਹਿਬ ਉਹਨਾਂ ਦੇ ਮੂੰਹ ਵੱਲ ਨੂੰ ਦੇਖਦੇ ਸੀਗੇ ਇੱਕ ਖਜ਼ਾਨਾ ਦਾ ਖਾਲੀ ਆ ਤੇ ਇੱਕ ਅਨਾਉਂਸਮੈਂਟਾਂ ਕਰੀ ਜਾਂਦਾ। ਇੱਕ ਇਹਦੇ ਬਾਰੇ ਦੱਸਿਓ ਤੇ ਦੂਜਾ ਇਹ ਕੁਐਸਚਨ ਹੈ ਜਿੰਨੇ ਆਪਣੇ ਸਟੇਟਾਂ ਦੇ ਗਵਰਨਰ ਲਾਉਂਦੇ ਆ ਤੇ ਉਹ ਗਵਰਨਰਾਂ ਦਾ ਇਹੀ ਕੰਮ ਆ ਕਿ ਇਕੱਲੀ ਸਹੁੰ ਚੁਕਾ ਦੇਣੀ ਤਾਂ ਉਸ ਤੋਂ ਬਾਅਦ ਕੁਝ ਨਹੀਂ ਮਤਲਬ ਕਰਨਾ। ਇਹਦੇ ਬਾਰੇ ਦੱਸਿਓ ਕਿ ਉਹਨਾਂ ਦਾ ਫਿਰ ਕੀ ਬਾਅਦ ਚ ਕੰਮ ਹੁੰਦਾ ਆ ਮਾੜਾ ਇਹਦੇ ਬਾਰੇ ਦੱਸਿਓ। ਨਹੀਂ ਦੇਖੋ ਉਹਨਾਂ ਦਾ ਕੰਮ ਜਿਹੜਾ ਗਵਰਨਰ ਦਾ ਉਹ ਕਾਫੀ ਹੁੰਦਾ ਵੈਸੇ ਜੇ ਦੇਖੋ ਸੰਵਿਧਾਨਕ ਕੰਮ ਕੀ ਆ ਕਿ ਜਿੱਦਾਂ ਆਪਾਂ ਦੇਖਿਆ ਸੀਗਾ ਕਿ ਉਹਨਾਂ ਨੇ ਬਿੱਲ ਲਿਆਂਦੇ ਸੀਗੇ ਤਾਂ ਉਹਨਾਂ ਕੋਲ ਭੇਜੇ ਤੇ ਉਹਨਾਂ ਨੇ ਰਾਸ਼ਟਰਪਤੀ ਨੂੰ ਭੇਜਣਾ ਕੰਮ ਪਰ ਜਦੋਂ ਤੁਹਾਡੇ ਕੋਲ ਪ੍ਰੈਜ਼ੀਡੈਂਟ ਵਰਗੀ ਇੱਕ ਸੰਵਿਧਾਨਕ ਪੋਸਟ ਹੈ ਸਰਵਉੱਚ ਪੋਸਟ ਹੈ ਤੁਹਾਡੇ ਕੋਲ ਉਹ ਰਾਸ਼ਟਰਪਤੀ ਦੀ ਹੈ। ਇਹ ਜਿਹੜਾ ਅੰਗਰੇਜ਼ਾਂ ਦਾ ਸਿਸਟਮ ਹੈ ਦਰਅਸਲ ਸਰ ਇਹ ਅੰਗਰੇਜ਼ ਲਿਆਏ ਸਨ। ਉਹ ਕਿਉਂ ਲਿਆਏ ਸਨ ਕਿ ਜਦ 30 ਦੇ ਦਹਾਕੇ ਦੇ ਵਿੱਚ 30ਵੇਂ ਦੇ ਵਿੱਚ ਅਸੈਂਬਲੀਆਂ ਨੂੰ ਥੋੜਾ ਬਹੁਤਾ ਇਹਨਾਂ ਨੇ ਪਾਵਰਫੁਲ ਕੀਤਾ ਸੰਵਿਧਾਨਕ ਤੌਰ ਤੇ ਉਹਨਾਂ ਨੂੰ ਸ਼ਕਤੀਆਂ ਦਿੱਤੀਆਂ ਕਿਉਂਕਿ ਨਾਰਾਜ਼ਗੀ ਦੂਰ ਕਰ ਰਹੇ ਸਨ ਨਾ ਉਸ ਵੇਲੇ ਪਬਲਿਕ ਦੀ ਉਹਨਾਂ ਨੂੰ ਥੋੜੀ ਤਾਕਤ ਦਿੰਦੇ ਜਾ ਰਹੇ ਸੀ। ਉਹਨਾਂ ਨੇ ਇਸ ਕਰਕੇ ਗਵਰਨਰ ਅਸੈਂਬਲੀਆਂ ਦੇ ਉੱਤੇ ਬਿਠਾ ਦਿੱਤੇ ਕਿ ਕੋਈ ਮਤਲਬ ਕਿ ਕੋਈ ਗਲਤ ਕਾਨੂੰਨ ਪਾਸ ਕਰਦੇ ਆ ਤਾਂ ਜਿਹੜਾ ਸਾਡਾ ਗਵਰਨਰ ਹੋਏਗਾ ਉਹ ਚੱਕ ਕੇ ਉਹਨੂੰ ਰੋਕ ਦੇਵੇ। ਇੱਕ ਸੰਵਿਧਾਨਕ ਸ਼ਕਤੀ ਉੱਤੇ ਰੱਖ ਦਿੱਤੀ ਅਸੈਂਬਲੀਆਂ ਦੇ ਉਹ ਅਸੀਂ ਸਿਸਟਮ ਉਦਾਂ ਹੀ ਅਡਾਪਟ ਕਰ ਲਿਆ ਜਿਹੜਾ ਕਿ ਅੱਜ ਸਾਨੂੰ ਬਹੁਤ ਮਹਿੰਗਾ ਪਿਆ। ਇੱਕ ਗਵਰਨਰ ਸਾਨੂੰ ਘੱਟੋ ਘੱਟ ਮੇਰੇ ਖਿਆਲ ਦੇ ਨਾਲ 10-20 ਲੱਖ ਰੁਪਏ ਪੈ ਰਿਹਾ ਜੀ ਮਹੀਨੇ ਦਾ 10-20 ਲੱਖ ਚ ਪੈ ਰਿਹਾ ਜਦਕਿ ਉਹ ਕੰਮ ਉਪ ਰਾਸ਼ਟਰਪਤੀ ਵੀ ਕਰ ਸਕਦੇ ਆ ਰਾਸ਼ਟਰਪਤੀ ਵੀ ਕਰ ਸਕਦੇ ਕਿਉਂਕਿ ਸੰਵਿਧਾਨਕ ਤੌਰ ਤੇ ਸਰਵਉੱਚ ਪਦਵੀ ਵੀ ਉਹਨਾਂ ਦੀ ਆ ਸਾਰਾ ਕੰਮ ਵੀ ਉਹਨਾਂ ਦਾ ਇਹੀ ਵੇਖਣਾ ਕਿ ਕਿਹੜੀ ਚੀਜ਼ ਗਲਤ ਹੈ ਕਾਨੂੰਨੀ ਤੌਰ ਤੇ ਸੰਵਿਧਾਨਕ ਤੌਰ ਤੇ ਕਿਹੜੀ ਚੀਜ਼ ਸਹੀ ਆ। ਦੂਜੀ ਗੱਲ ਜਿਹੜੀ ਆ ਉਹ ਤੁਸੀਂ ਕਹੀਏ ਖਜ਼ਾਨਾ ਮੈਨੂੰ ਤੇ ਹਾਲੇ ਤੱਕ ਪਤਾ ਨਹੀਂ ਲੱਗਿਆ ਕਿ ਖਜ਼ਾਨਾ ਖਾਲੀ ਜਾਂ ਭਰਿਆ। ਚੰਨੀ ਸਾਹਿਬ ਕਹਿੰਦੇ ਕਿ ਖਜ਼ਾਨਾ ਭਰਪੂਰ ਆ ਪਰ ਸਿੱਧੂ ਸਾਹਿਬ ਕਹਿੰਦੇ ਕਿ ਖਜ਼ਾਨਾ ਖਾਲੀ ਆ। ਰਾਜਾ ਵੜਿੰਗ ਕਹਿੰਦਾ ਕਿ ਖਜ਼ਾਨਾ ਕਦੇ ਖਾਲੀ ਹੁੰਦਾ ਹੀ ਨਹੀਂ ਉਹਨੂੰ ਭਰਨਾ ਸਾਡਾ ਕੰਮ ਹੈ। ਬਿਲਕੁਲ ਸਹੀ ਆ। ਗੱਲ ਇਹ ਹੈ ਕਿ ਸਰ ਵੰਡੋ ਜਮ ਕੇ ਵੰਡੋ ਬਹੁਤ ਹੱਦ ਤੱਕ ਵੰਡਣ ਦੀ ਜ਼ਰੂਰਤ ਵੀ ਹੈ ਕਿਉਂਕਿ 4.5 ਸਾਲ ਤੁਸੀਂ ਕੁਛ ਨਹੀਂ ਕੀਤਾ ਪਰੰਤੂ ਇਹ ਨਿਰਣਾ ਲੈਣਾ ਜਿਹੜਾ ਬਹਾਦਰੀ ਦਾ ਕੰਮ ਹੈ ਕਿ ਵੰਡਣ ਵਾਸਤੇ ਵੀ ਜਿਗਰਾ ਚਾਹੀਦਾ ਹੈ ਨਾ ਵੰਡਣ ਵਾਸਤੇ ਵੀ ਜਿਗਰਾ ਚਾਹੀਦਾ। ਜਦੋਂ ਅਸੀਂ 200 ਰੁਪਇਆ ਕਮਾ ਰਹੇ ਮੈਂ ਤਾਂ ਉਦੋਂ ਦਸਵੰਧ ਬਹੁਤ ਸੌਖਾ ਨਿਕਲਦਾ ਜਦ 2 ਕਰੋੜ ਇਨਕਮ ਹੋ ਜਾਂਦੀ ਉਦੋਂ ਦਸਵੰਧ ਕਟਾਉਣ ਗਿਆ ਬਹੁਤ ਮਰੇ ਪੈਂਦੀ ਹੈ। ਯਾਦ ਰੱਖੋ ਮੇਰੀ ਗੱਲ ਬੜੀ ਕਰੀ ਵਾਰ ਕੌੜੀ ਸਿੱਖੀ ਕਹਿ ਜਾਣਾ। ਅੱਛਾ ਕਹਿਣ ਦਾ ਮਤਲਬ ਇਹ ਆ ਕਿ ਵੱਡੇ ਨਿਰਣੇ ਬਹਾਦਰੀ ਨਾਲ ਲੈ ਜਾਂਦੇ ਆ ਪਰ ਮੇਰਾ ਮੰਨਣਾ ਹੈ ਕਿ ਨਿਰਣੇ ਲੈ ਕੇ ਚਾਹੇ ਉਹ ਗਲਤ ਹੀ ਹੋਣ ਉਹਨਾਂ ਨੂੰ ਸਹੀ ਸਾਬਤ ਕਰਨਾ ਇਹੀ ਕੁਆਲਿਟੀ ਜਿਹੜੀ ਲੀਡਰਸ਼ਿਪ ਉਹਦਾ ਗੁਣ ਹੋਏਗਾ। ਮਤਲਬ ਜੇ ਕੱਲ ਵੀ ਨਿਰਣਾ ਲੈ ਲਿਆ ਉਹ ਸਹੀ ਕਰੋ ਉਹਨੂੰ ਕਰੋ ਮਤਲਬ ਕਿ ਆਪਦਾ ਰੈਵਨਿਊ ਕਿੱਦਾਂ ਜਨਰੇਟ ਕਰਨਾ ਹੈ ਕਿੱਦਾਂ ਤੁਸੀਂ ਕਰ ਸਕਦੇ ਹੋ ਉਹਦਾ ਪ੍ਰੋਪਰ ਤੁਹਾਡੇ ਕੋਲ ਰੂਟਮੈਪ ਹੋਣਾ ਚਾਹੀਦਾ। ਜੇ ਨਹੀਂ ਹੈ ਤਾਂ ਫਿਰ ਤਾਂ ਮੰਨਿਆ ਜਾਏਗਾ ਕਿ ਤੁਸੀਂ ਵੀ ਤਾਸ਼ ਵਾਂਗੂ ਟਾਈਮ ਪਾਸ ਹੋ। ਜੀ
ਕੁਇਕਲੀ ਸਮਾਂ ਹੋ ਗਿਆ ਲਾਸਟ ਕਾਲ। ਹਾਂਜੀ ਮੈਂ ਹੀ ਆਇਆ ਫਿਰ ਮੁੜ ਕੇ, ਸੌਰੀ। ਤੇ ਨਹੀਂ, ਜਿੱਦਾਂ ਹੁਣ ਮਤਲਬ ਉਹ ਕਹਿ ਰਹੇ ਆ ਜਿਹੜੇ ਬਾਕੀ ਦੇ ਹੈਗੇ ਆ ਜਿਨ੍ਹਾਂ ਨੂੰ ਪਦਵੀਆਂ ਦਿੱਤੀਆਂ ਗਈਆਂ ਆ, ਜਿਹਨਾਂ ਕੈਬਨਿਟ ਮੰਤਰੀ ਬਣਾਇਆ, ਉਹਨਾਂ ਦਾ ਕੋਈ ਨਿਕਲਦਾ ਇੱਕ ਰਾਜਾ ਬਣੇਗਾ ਭਾਵੇਂ ਉਹ ਮੂੰਹ ਤੋਂ ਸੱਚਾ ਹੋਣ ਦੇ ਲਈ ਉਹ ਜਿੱਦਾਂ ਆਪਣੀ ਮਤਲਬ ਆਨਲਾਈਨ ਜਾਂਦਾ ਆ, ਵੀਡੀਓ ਆਪਣੀ ਸਾਰੀ ਸਾਂਝੀ ਕਰਦਾ ਕਿ ਮੈਂ ਇੱਥੇ ਆ, ਤਾਂ 15 ਦਿਨਾਂ ਬਾਅਦ ਉਹ ਹਰੇਕ ਆਪਣਾ ਭਗਤਾ ਮੁਰੇ ਰੱਖਦਾ। ਜਿਹੜੇ ਬਾਕੀ ਦੇ ਕੈਬਨਿਟ ਮੰਤਰੀ ਆ ਉਹਨਾਂ ਦਾ ਕੋਈ ਲੈਣਾ ਦੇਣਾ ਬਿਲਕੁਲ, ਉਹ ਸੁੱਤੇ ਪਏ, ਉਹ ਸੁੱਤੇ ਆ ਜੀ, ਉਹਨਾਂ ਦਾ ਕੋਈ ਪਤਾ ਹੀ ਨਹੀਂ ਹੈਗਾ ਕਿੱਥੇ ਹੈਗੇ ਕਿੱਥੇ ਨਹੀਂ ਜੀ। ਹਾਂਜੀ, ਸਵਾਲ ਤੇ ਵੀਰ ਜੀ ਦਾ ਐਸੀ ਹੈ। ਹਾਂਜੀ ਨਹੀਂ ਦੇਖੋ, ਬਿਲਕੁਲ ਵਾਜਬ ਸਵਾਲ ਹੈ। ਚਲੋ ਅਗਲਾ ਆਪਦੀ ਨਾ ਅੱਜ ਕੱਲ PR ਵੀ ਕਰਦਾ, ਹਰੇਕ ਬੰਦੇ ਕੋਲ ਆਪਦੀ PR ਟੀਮ ਹੈ। ਬਿਲਕੁਲ ਕਰਦੇ ਆ, ਬਿਲਕੁਲ ਅਸੀਂ ਵੀ ਤੇ ਕਰਦੇ ਆ। ਅਸੀਂ ਕੀ ਆ ਕਿ ਦਾਦੇ ਦੇ ਨਾਮ ਤੇ ਪੱਖਾ ਚੜਾ ਦਿੰਦੇ ਆ ਤੇ ਦਾਦਾ ਜੀ ਦਾ ਵੱਡਾ ਨਾਮ ਲਿਖ ਦਿੰਦੇ ਆ ਕਿ ਉਹਨਾਂ ਦੀ ਯਾਦ ਦੇ ਵਿੱਚ ਸੇਵਾ ਕਰਾਈ ਗੁਰਦੁਆਰੇ ਸਾਹਿਬ। ਜੀ। ਸੋ ਅਸੀਂ ਵੀ PR ਕਰਦੇ ਹਾਂ, ਤਾਂ ਉਹ ਵੀ PR ਕਰਨਗੇ ਜਿਨ੍ਹਾਂ ਦਾ ਕੰਮ ਹੀ PR ਆ। ਸੋ ਇਹ ਆ, ਪਰ ਘੱਟੋ ਘੱਟ ਐਕਸ਼ਨ ਚ ਤੇ ਨਜ਼ਰ ਆ ਰਿਹਾ ਨਾ, ਐਕਸ਼ਨ ਚ ਨਜ਼ਰ ਆ ਰਿਹਾ। ਹਾਂ, ਕੁਝ ਹੋਰ ਮੰਤਰੀ ਨਿਕਲੇ ਆ ਜਿਵੇਂ ਸੁਖਜਿੰਦਰ ਸਿੰਘ ਰੰਧਾਵਾ ਵੀ ਛਾਪੇਮਾਰੀ ਅਚਨਚੇਤੀ ਕਰ ਰਹੇ ਆ, ਪ੍ਰਗਟ ਸਿੰਘ ਵੀ ਥੋੜੇ ਐਕਸ਼ਨ ਚ ਨਜ਼ਰ ਆਉਂਦੇ ਆ। ਬਿਲਕੁਲ ਗੱਲ ਤੁਹਾਡੀ ਸਹੀ ਆ ਕਿ ਮੰਤਰੀ ਸਾਰੇ ਹੀ ਇਸ ਤਰ੍ਹਾਂ ਦੇ ਹੋਣ ਚੁਸਤ ਦਰੁਸਤ, ਪਰ ਮਹੀਨਾਵਾਰ ਆਪਣੀ ਰਿਪੋਰਟ ਰੱਖਣ ਲੋਕਾਂ। ਬਿਲਕੁਲ, ਇਹ ਬਹੁਤ ਵਧੀਆ। ਮੈਨੂੰ ਦੋ ਬੰਦਿਆਂ ਦੀਆਂ ਦੇਖੋ, ਮੈਂ ਆਪਣੀਆਂ ਰਾਜਨੀਤਿਕ ਆਕਾਂਖਿਆਵਾਂ ਨਾਲ ਸਹਿਮਤ ਹੋਵਾਂ ਜਾਂ ਨਾ, ਉਹਨਾਂ ਦੀ ਕਾਰਗੁਜ਼ਾਰੀ ਨਾਲ ਮੈਂ ਸਹਿਮਤ ਹੋਵਾਂ ਜਾਂ ਨਾ ਹੋਵਾਂ ਕਿਸੇ ਮੌਕੇ ਤੇ, ਪਰ ਦੋ ਚੀਜ਼ਾਂ ਦੋ ਬੰਦਿਆਂ ਤੇ ਮੈਨੂੰ ਬਹੁਤ ਵਧੀਆ ਲੱਗੀਆਂ। ਨੰਬਰ ਇੱਕ, ਸਿੱਧੂ, ਕਿ ਜਿਹੜਾ ਬੰਦਾ ਪਾਰਟੀ 'ਚ ਰਹਿ ਕੇ ਪਾਰਟੀ ਨੂੰ ਅੰਡਰ ਪ੍ਰੈਸ਼ਰ ਕਰ ਰਿਹਾ ਕਿ ਸਰਕਾਰ ਗਵਰਨੈਂਸ ਜਿਹੜੀ ਹੈ ਉਹ ਸਾਨੂੰ ਮੁੱਦਿਆਂ ਤੇ ਲਿਆ ਕੇ ਚਲਾਉਣੀ ਚਾਹੀਦੀ। ਦੂਜੀ ਚੀਜ਼ ਰਾਜੇ ਵੜਿੰਗ ਦੀ ਕਿ ਹਾਂ ਭਾਈ ਦਿਨਾਂ ਬਾਅਦ ਮਹੀਨੇ ਬਾਅਦ ਤੱਕੋ ਮੇਰਾ ਰਿਪੋਰਟ ਕਾਰਡ। ਉਸ ਬੰਦੇ ਨੇ 1 ਕਰੋੜ ਰੁਪਈਆ ਆਮਦਨ ਵਧਾ ਦਿੱਤੀ ਯਾਰ, ਬਹੁਤ ਵੱਡੀ ਗੱਲ। 1 ਕਰੋੜ ਰੁਪਈਆ ਨਹੀਂ ਮੰਨਣਾ ਪਊਗਾ ਜੀ ਜਿਹੜੀ ਗੱਲ, ਭਾਵੇਂ ਠੀਕ ਹੈ ਕੁਝ ਮੁੱਦਿਆਂ ਤੇ ਅਸੀਂ ਜਦੋਂ ਕ੍ਰਿਟੀਸਾਈਜ਼ ਕਰਦੇ ਹਾਂ ਤੇ ਜਿਹੜੇ ਅਸਲੀ ਮਸਲੇ ਕੋਈ ਸੁਲਝਾਉਂਦਾ ਵੀ ਆ ਉਹ ਤੇ ਗੱਲ ਵੀ ਕਰਨੀ ਬਣਦੀ ਹੈ, ਸ਼ਾਬਾਸ਼ ਦੇਣੀ ਬਣਦੀ ਹੈ। ਸਵਾਲ ਦੇਖਦੇ ਹਾਂ ਜੀ, ਕੁਇਕਲੀ ਲਾਸਟ ਕਾਲ ਹੈ। ਵੈਲਕਮ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਹਾਂਜੀ, ਉਹ ਐਕਚੁਅਲੀ ਗੱਲ ਤਾਂ ਜਿਹੜੇ ਪਿਛਲੇ ਭਾਈ ਸਾਹਿਬ ਕਹਿ ਗਏ ਗਵਰਨਰ ਦੀ, ਉਹੀ ਆ ਵੀ ਜਿਹੜੀ ਆਜ਼ਾਦੀ ਕੈਨੇਡਾ 'ਚ ਆ ਉਹ ਪੰਜਾਬ ਨੂੰ ਜਾਂ ਸੂਬਿਆਂ ਨੂੰ ਨਹੀਂ ਨਾ ਹੈਗੀ, ਉਹਨਾਂ ਨੂੰ ਆਪਦਾ ਡਰ ਮਾਲਦਾ ਵਾ। ਇੱਥੇ ਕੈਨੇਡਾ ਸੂਬਾ ਆਜ਼ਾਦ ਆ, ਨੋਟ ਵਿਦ ਸਟੈਂਡਿੰਗ ਦੀ ਕਲੌਜ਼ ਲਾ ਕੇ ਫੈਡਰਲ ਸਰਕਾਰ ਨੇ ਕਾਨੂੰਨ ਲਾਗੂ ਕੀਤਾ, ਅਸੀਂ ਨਹੀਂ ਮੰਨਦੇ ਜੀ। ਪਰ ਉੱਥੇ ਨਹੀਂ ਨਾ ਹੈਗਾ, ਉਹਨਾਂ ਨੂੰ ਕੀ ਕਹਿੰਦੇ ਵੀ ਬਾਹਲੀ ਅਖੰਡਤਾ ਦਾ ਫਿਕਰ ਪਿਆ ਰਹਿੰਦਾ ਵੀ ਆਜ਼ਾਦੀ ਦੇ ਵਿੱਚ ਹੀ ਸਭ ਕੁਛ ਹੈ। ਜਦੋਂ ਸੂਬੇ ਆਜ਼ਾਦ ਆ ਆਪਣੀ ਗੱਲ ਮੰਨਣ ਨੂੰ ਤੇ ਆਜ਼ਾਦੀ ਦੇ ਦੇਣੀ ਚਾਹੀਦੀ ਇਹਨਾਂ ਨੂੰ। ਰਾਜਪਾਲ ਤਾਂ ਸਿਰੇ ਤੇ ਕੁੰਡਾ ਲਾਇਆ ਵੀ ਸੂਬੇ ਬਾਗੀ ਨਾ ਹੋ ਜਾਣ ਜੀ। ਹਾਂਜੀ, ਰਾਜਪਾਲ ਕੋਲ ਇਹਦੀਆਂ ਸੰਵਿਧਾਨਕ ਸ਼ਕਤੀਆਂ ਨਹੀਂ ਹੈ ਰਾਸ਼ਟਰਪਤੀ ਦੇ ਮੁਕਾਬਲੇ, ਪਰ ਜਦੋਂ ਤੁਹਾਡੇ ਕੋਲ ਕੁੰਡੇ ਦੇ ਰੂਪ ਦੇ ਵਿੱਚ ਰਾਸ਼ਟਰਪਤੀ ਹੈ, ਜਦੋਂ ਤੁਹਾਡੇ ਕੋਲ ਆਲਰੇਡੀ ਹੈ ਕਿ ਕਿਸੇ ਨੇ ਵੀ ਬਿੱਲ ਪਾਸ ਕੀਤਾ ਤਾਂ ਉਹ ਰਾਸ਼ਟਰਪਤੀ ਕੋਲ ਆ ਜਾਵੇ ਸਿੱਧਾ। ਇਹ ਕਿੰਨੇ ਕੁ ਸੂਬੇ 29 ਹੈ 31 ਹੈ UT ਪਾ ਕੇ ਜਿੰਨੇ ਵੀ ਹੈ, ਤਾਂ ਤੁਸੀਂ ਉਹ ਦੇਖੋ ਤਾਂ ਕੋਈ ਇਹ ਤਾਂ ਹੈ ਨਹੀਂ ਕਿ ਡੇਲੀ ਇਹ ਸੰਵਿਧਾਨਕ ਸੰਕਟ ਆਉਂਦੇ। ਜਿੱਥੇ ਕੋਈ ਆਉਂਦਾ ਸਹੀ ਮਾਰਨੀ ਉੱਥੇ ਕੁੱਗੀ ਮਾਰ ਦਿਓ, ਜਿੱਥੇ ਕੋਈ ਇਤਰਾਜ਼ ਕਰਨਾ ਇਤਰਾਜ਼ ਕਰ ਦਿਓ। ਤਾਂ ਕੱਲਾ ਗਵਰਨਰ ਲਾਉਣ ਦੀ ਥਾਂ ਉਹ, ਪਰ ਇਹ ਹੈ ਕਿ ਅੱਜ ਕੱਲ ਪੋਲੀਟੀਕਲੀ ਵੀ ਜੇ ਦੇਖੋਗੇ ਤਾਂ ਜਿਹੜੇ ਬੁੱਢੇ ਠੇਰੇ ਹੁੰਦੇ ਜਾਂ ਮੇਰੇ ਵਰਗੇ ਨਕਾਰੇ ਆਦਮੀ ਹੁੰਦੇ ਉਹ ਵੀ ਬਿਠਾ ਦਿੱਤੇ ਜਾਂਦੇ ਕਿ ਜਾਂ ਉੱਥੇ ਆਪਣੀ ਸਰਕਾਰ ਇੱਥੇ ਬਗਾਨੀ ਸਰਕਾਰ ਉੱਥੇ ਐਸ਼ ਕਰਨਾ ਜਾ ਕੇ। ਬਸ ਜੀ ਬਸ, ਰੂਸੀਆ ਨੂੰ ਮਨਾਉਣਾ ਵੀ ਤੇ ਹੁੰਦਾ ਨਾ। ਬਹੁਤ ਬਹੁਤ ਧੰਨਵਾਦ ਜੀ ਅਹੁਦੇ ਦੇ ਕੇ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।